ਹਾਂਜੀ ਕੰਪਿਊਟਰ ਗ੍ਰਾਫਿਕਸ ਦੀਆਂ ਐਪਲੀਕੇਸ਼ਨਸ ਦੇ ਵਿੱਚ 4 ਐਪਲੀਕੇਸ਼ਨਸ ਅਸੀਂ ਕਰ ਲਈਆਂ ਸੀ। ਨੈਕਸਟ ਹੈਗੀ ਹੈ ਕਿ 5th ਮੈਡੀਕਲ ਐਪਲੀਕੇਸ਼ਨਸ। ਤਾਂ ਓਬਵੀਅਸ ਦੇਖੋ ਇਹ ਤਾਂ ਅੰਡਰਸਟੂਡ ਹੈ ਬੇਟਾ ਕਿ ਅਸੀਂ ਸਕੈਨ ਕਰਾਉਣੇ ਆ, MRI ਕਰਵਾਉਣੇ ਆ, ਅਲਟਰਾਸਾਊਂਡ ਹੈ, ਉਹ ਸਭ ਕੁਝ ਦੇਖੋ ਕਿਤੇ ਨਾ ਕਿਤੇ ਸਾਡੀ ਹੀ ਬੋਡੀ ਨੂੰ ਡਾਇਗਨੋਸ ਕਰਕੇ ਸਾਨੂੰ ਪਿਕਚਰ ਦੇ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਕੇ ਦਿਖਾ ਦਿੱਤਾ ਜਾਂਦਾ। ਯਾਨੀ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹਨੂੰ ਡਾਇਗਨੋਸ ਕਰਨ ਲਈ, ਲੱਭਣ ਲਈ, ਪਤਾ ਕਰਨ ਲਈ ਕਿ ਕਿਹੜੀ ਬਿਮਾਰੀ ਹੈ ਜਾਂ ਕਿਹੜੇ ਔਰਗਨਸ ਦਾ ਕੁਛ ਹੈ ਜਾਂ ਫ੍ਰੈਕਚਰਸ ਹੈ, ਉਹਨਾਂ ਚੀਜ਼ਾਂ ਲਈ ਇਮੇਜਿਸ ਬਣਾਈਆਂ ਜਾਣਗੀਆਂ। ਤਾਂ ਇਨਡਾਇਰੈਕਟਲੀ ਕਹਿ ਲਓ ਜਾਂ ਡਾਇਰੈਕਟਲੀ ਕਿ ਕੰਪਿਊਟਰ ਗ੍ਰਾਫਿਕਸ ਹੀ ਉੱਥੇ ਯੂਜ਼ ਹੋ ਰਹੀ ਆ। ਤਾਂ ਆਪਾਂ ਕੀ ਕਹਾਂਗੇ ਕਿ ਕੰਪਿਊਟਰ ਗ੍ਰਾਫਿਕਸ ਨੂੰ ਮੈਡੀਕਲ ਲਾਈਨ ਦੇ ਵਿੱਚ ਡਾਕਟਰ, ਸਰਜਨਸ ਦੁਆਰਾ ਵੀ ਯੂਜ਼ ਕੀਤਾ ਜਾਂਦਾ ਤਾਂ ਕਿ ਉਹ ਤੁਹਾਡੀ ਬੋਡੀ ਦੀਆਂ ਪ੍ਰੋਬਲਮਸ ਨੂੰ ਡਾਇਗਨੋਸ ਕਰ ਸਕਣ। ਜਿਵੇਂ ਅਸੀਂ ਸਿਟੀ ਸਕੈਨ ਕਰਾਉਣੇ ਜਿਹਨੂੰ ਕਿ ਕੰਪਿਊਟਰਾਈਜ਼ਡ ਐਕਸਲ ਟੋਮੋਗ੍ਰਾਫੀ ਬੋਲਦੇ ਆ, ਜਿਹਦੇ ਵਿੱਚ ਕਿ ਹੋਰ ਕੁਛ ਨਹੀਂ, ਤੁਹਾਡੀ ਹੀ ਬੋਡੀ ਦੀ ਕਹਿ ਲਓ ਕਿ ਇੱਕ ਤਰ੍ਹਾਂ ਦੇ 2D ਜਾਂ 3D ਇਮੇਜਿਸ 2D ਇਮੇਜਿਸ ਬਣਾਈਆਂ ਜਾਂਦੀਆਂ ਤੁਹਾਡੇ ਔਰਗਨਸ ਦੀਆਂ, ਲਿੰਬਸ ਦੀਆਂ। ਇਹਨੂੰ ਯੂਜ਼ ਕੀਤਾ ਜਾਂਦਾ ਟਿਊਮਰਸ ਜਾਂ ਕੋਈ ਕਿਸੇ ਔਰਗਨਸ ਦੇ ਵਿੱਚ ਫ੍ਰੈਕਚਰਸ ਆ, ਇਹਨਾਂ ਚੀਜ਼ਾਂ ਨੂੰ ਫਾਈਂਡ ਆਊਟ ਕਰਨ ਦੇ ਲਈ। ਜਿਵੇਂ ਅਸੀਂ ਐਕਸਰੇ ਨਹੀਂ ਬੋਲ ਦਿੰਦੇ ਗੇ, ਤਾਂ ਉਹ ਚੀਜ਼ ਹੋ ਗਈ ਤੁਹਾਡੀ। ਅਤੇ ਇੱਥੇ ਕੰਪਿਊਟਰ ਗ੍ਰਾਫਿਕਸ ਨੂੰ ਹੀ ਅਸੀਂ ਯੂਜ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਸੋਫਟਵੇਅਰਸ ਨੇ, ਜਿੱਦਾਂ ਇੱਕ ਐਗਜ਼ਾਮਪਲ ਦਿੱਤੀ ਹੈ BG ਸਟੂਡੀਓ ਦੀ, ਜਿਹਨੂੰ ਕਿ ਵੋਲਮ ਗ੍ਰਾਫਿਕਸ ਵਰਲਡ ਫੇਮਸ ਸੋਫਟਵੇਅਰ ਡਿਵੈਲਪਮੈਂਟ ਕੰਪਨੀ ਨੇ ਜਿਹੜੀ ਹੈਗੀ ਡਿਵੈਲਪ ਕੀਤਾ ਹੋਇਆ। ਇਸ ਦੇ ਵਿੱਚ ਵੀ ਇਹਨੂੰ ਵੀ ਮੈਡੀਕਲ ਲਾਈਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿ ਤੁਸੀਂ ਜਿਹੜਾ ਤੁਹਾਡਾ ਡਾਟਾ ਕੀ ਹੈ ਕਿ ਜਿਹੜੀ ਅਸੀਂ ਪਿਕਚਰ ਕੋਈ ਆ ਰਹੀ ਹੈ, ਜੇ ਅਸੀਂ ਸਾਊਂਡ ਰੈਕੋਗਨਾਈਜ਼ ਕਰ ਰਹੇ ਹਾਂ ਜਾਂ ਮੈਗਨੈਟਿਕ ਰੇਜ਼ ਕੁਛ ਫਾਈਂਡ ਆਊਟ ਕਰ ਰਹੇ ਹਾਂ, ਉਹਨੂੰ ਪਿਕਚਰ ਦੇ ਰੂਪ ਵਿੱਚ ਬਣਾ ਕੇ ਦਿਖਾ ਦੇਣਾ ਕੰਮ ਇਹਨਾਂ ਸੋਫਟਵੇਅਰਸ ਦਾ ਹੈ। ਅਤੇ ਇਸ ਦੀ ਐਗਜ਼ਾਮਪਲ ਤੁਹਾਨੂੰ ਇੱਥੇ ਦਿਖਾਈ ਹੋਈ ਹੈ, ਜਿਵੇਂ ਕਿ ਜਦੋਂ ਅਸੀਂ ਅਲਟਰਾਸਾਊਂਡ ਕਰਵਾ ਰਹੇ ਹਾਂ ਤਾਂ ਇਹਦੇ ਫੀਟਸ ਦੀ ਜਿਹੜੀ ਪੋਜੀਸ਼ਨਸ ਦਿਖਾਈਆਂ ਹੋਈਆਂ ਨੇ ਤੁਹਾਨੂੰ। ਨੈਕਸਟ ਵਿਜ਼ੂਅਲਾਈਜੇਸ਼ਨ। ਤਾਂ ਵਿਜ਼ੂਅਲਾਈਜੇਸ਼ਨ ਵੀ ਇੱਕ ਇਹੋ ਜਿਹਾ ਮੈਥਡ ਹੈ ਜਿਸ ਦੇ ਨਾਲ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਡਾਟਾ ਨੂੰ ਐਜ਼ ਅ ਇਮੇਜਿਸ, ਕਿ ਅਸੀਂ ਕੋਈ ਡਾਟਾ ਕੈਪਚਰ ਕੀਤਾ ਕਿਸੇ ਤਰੀਕੇ ਨਾਲ, ਉਸ ਨੂੰ ਅਸੀਂ ਐਜ਼ ਅ ਇਮੇਜਿਸ ਕਿਵੇਂ ਦਿਖਾਵਾਂਗੇ। ਜਿਵੇਂ ਕਿ ਮੈਡੀਕਲ ਲਾਈਨ ਦੀ ਜੋ ਅਸੀਂ ਐਗਜ਼ਾਮਪਲ ਕੀਤੀ ਹੈ, ਖੁਦ ਵੀ ਇਸ ਦੇ ਵਿੱਚ ਵੀ ਆ ਸਕਦੀ ਵਿਜ਼ੂਅਲਾਈਜੇਸ਼ਨ ਦੇ ਵਿੱਚ। ਉੱਥੇ ਜਸਟ ਮੈਡੀਕਲ ਸਪੈਸ਼ਲ ਟਰਮ ਲੈ ਕੇ ਗੱਲ ਕਰ ਰਹੇ ਹਾਂ, ਇੱਥੇ ਸਿਰਫ ਵਿਜ਼ੂਅਲਾਈਜੇਸ਼ਨ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਸੇ ਡਾਟਾ ਨੂੰ ਜਦੋਂ ਸ਼ੋਅ ਕਰਵਾਉਣਾ, ਵਿਜ਼ੂਅਲਾਈਜ਼ ਕਰਵਾਉਣਾ ਗਾ। ਤਾਂ ਇਸ ਮੈਥਡ ਨੂੰ ਵੀ ਸਾਇੰਟੀਫਿਕ ਜਿਹੜੇ ਸਾਇੰਟਿਸਟ ਨੇ, ਇੰਜੀਨੀਅਰਸ ਨੇ, ਜਾਂ ਮੈਡੀਕਲਸ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ, ਜਿਸ ਦੇ ਵਿੱਚ ਕਿ ਤੁਸੀਂ ਇਨਫੋਰਮੇਸ਼ਨ ਨੂੰ ਦਿਖਾਉਣੀ ਹੋ। ਜਿਵੇਂ ਅਸੀਂ ਕੋਈ ਸੈਟਲਾਈਟ ਕੈਮਰੇ ਤੋਂ ਕੋਈ ਡਾਟਾ ਲਿਆ, ਉਸ ਨੂੰ ਸ਼ੋਅ ਕਰਵਾ ਕੇ ਦਿਖਾਉਣਾ, ਠੀਕ ਹੈ। ਜਾਂ ਤੁਹਾਡੇ ਕਹਿ ਲਓ ਕਿ ਬਿਜ਼ਨਸ ਦੇ ਵਿੱਚ, ਜਿਵੇਂ ਇੱਥੇ ਇੱਕ ਐਗਜ਼ਾਮਪਲ ਲਈ ਹੋਈ ਹੈ ਬੇਟਾ ਕਿ ਇਸ ਦੇ ਵਿੱਚ ਅਸੀਂ ਜਿਹੜੀ ਹੈਗੀ ਐਵੇਂ ਰਿਪਰੈਜ਼ੈਂਟ ਕਰਕੇ ਦਿਖਾ ਰਹੇ ਹੈਗੇ ਕਾਰ ਦਾ। ਤਾਂ ਇਹ ਸਾਰੇ ਕੰਮ ਜਿਹੜੇ ਨੇ ਤੁਸੀਂ ਉਹ ਵਿਜ਼ੂਅਲਾਈਜੇਸ਼ਨ ਦੇ ਵਿੱਚ ਹੋਣਗੇ। ਇਸ ਤੋਂ ਇਲਾਵਾ ਵਿਜ਼ੂਅਲਾਈਜੇਸ਼ਨ ਦੇਖੋ, ਦੁਬਾਰਾ ਮੈਂ ਰਿਪੀਟ ਕਰ ਰਹੀ ਹਾਂ ਕਿ ਵਰਡ ਵਿਜ਼ੂਅਲਾਈਜੇਸ਼ਨ ਹੋਰ ਕੁਛ ਨਹੀਂ, ਤੁਹਾਡੇ ਹੀ ਡਾਟਾ ਨੂੰ ਵਿਜ਼ੂਅਲ ਕਰਵਾਉਣਾ, ਤੁਹਾਨੂੰ ਦਿਖਾਉਣਾ। ਇਸ ਦੇ ਲਈ ਇੱਕ ਤਾਂ ਇਹੀ ਹੋ ਗਿਆ ਕਿ ਜਿਵੇਂ ਬਿਜ਼ਨਸ ਹੋ ਗਿਆ, ਕਮਰਸ ਵਗੈਰਾ ਦੇ ਵਿੱਚ ਅਸੀਂ ਇਹ ਚਾਰਟ, ਗ੍ਰਾਫ ਇਹਨਾਂ ਨੂੰ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਵੀ ਜਿਵੇਂ ਆਈਸੋ ਸਰਫੇਸ ਹੋ ਗਿਆ। ਆਈਸੋ ਸਰਫੇਸ ਇੱਕ ਇਹੋ ਜਿਹਾ ਮੈਥਡ ਹੈ ਜਿਸ ਦੇ ਵਿੱਚ ਅਸੀਂ ਜੇ ਕੋਈ ਫਲੂਇਡ ਹੈ ਤਾਂ ਉਹਨੂੰ ਅਸੀਂ ਚੈੱਕ ਕਰਦੇ ਹਾਂ ਕਿ ਉਹ ਫਲੂਇਡ ਫਲੋ ਨੂੰ ਅਸੀਂ ਸਟੱਡੀ ਕਰਕੇ ਉਸਦੀ ਇੱਕ ਤਰ੍ਹਾਂ ਦਾ ਕਹਿ ਲਓ ਡਾਟਾ ਰਿਪਰੈਜ਼ੈਂਟ ਕਰਕੇ ਦਿਖਾਵਾਂਗੇ। ਜਿਵੇਂ ਇਸ ਦੇ ਵਿੱਚ ਐਗਜ਼ਾਮਪਲ ਹੀ ਹੈ ਏਅਰਕ੍ਰਾਫਟ ਵਿੰਗਸ ਦੇ ਉੱਪਰ ਸਪੋਜ਼ ਕਰੋ ਏਅਰ ਦਾ ਕਿੰਨਾ ਕੁ ਪ੍ਰੈਸ਼ਰ ਹੈ, ਇਹ ਚੀਜ਼ਾਂ ਦੇਖਣ ਦੇ ਲਈ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋਗੇ। ਨਾਲ ਹੀ ਇੱਥੇ ਤੁਹਾਡੀ ਸਿਟੀ ਸਕੈਨ ਦੀ ਐਗਜ਼ਾਮਪਲ ਵੀ ਤੁਸੀਂ ਇਸ ਦੇ ਵਿੱਚ ਕਵਰ ਕਰ ਸਕਦੇ ਹੋਗੇ। ਇਸ ਤੋਂ ਬਾਅਦ ਬੇਟਾ ਵੋਲੀਅਮ ਰੈਂਡਰਿੰਗ। ਵੋਲੀਅਮ ਰੈਂਡਰਿੰਗ ਵੀ ਤੁਸੀਂ ਇਸ ਦੇ ਵਿੱਚ ਲਿਖ ਸਕਦੇ ਹੋ। ਵੋਲੀਅਮ ਰੈਂਡਰਿੰਗ ਅੱਛਾ, ਇੱਕ ਵਰਡ ਸਰਫੇਸ ਅਤੇ ਵੋਲੀਅਮ ਦਾ ਆਈ ਥਿੰਕ ਡਿਫਰੈਂਸ ਤੁਸੀਂ ਜਾਣਦੇ ਹੋ। ਜੇ ਸਪੋਜ਼ ਕਰੋ ਸਪੋਜ਼ ਕਰੋ ਇੱਕ ਬਾਕਸ ਹੈ, ਜੇ ਮੈਂ ਸਰਫੇਸ ਦੀ ਗੱਲ ਕਰ ਰਹੀ ਹਾਂ ਤਾਂ ਆਹ ਇਹਦਾ ਸਰਫੇਸ ਹੋ ਗਿਆ ਬੇਟਾ। ਸਪੋਜ਼ ਕਰੋ ਮੈਂ ਸਾਰੇ 'ਤੇ ਪੇਂਟ ਕਰਨਾ, ਤਾਂ ਆਹ ਸਾਰਾ ਇਹਦਾ ਸਰਫੇਸ ਹੈ। ਬਟ ਜੇਕਰ ਮੈਂ ਇਹ ਗੱਲ ਕਰਾਂ ਕਿ ਇਸ ਕੰਟੇਨਰ ਦੇ ਵਿੱਚ ਕਿੰਨਾ ਮੈਂ ਪਾਣੀ ਸਟੋਰ ਕਰ ਸਕਦੀ ਹਾਂ, ਠੀਕ ਹੈ, ਉਹ ਕੀ ਚੀਜ਼ ਹੁੰਦੀ ਹੈ ਵੋਲੀਅਮ। ਤਾਂ ਆਹ ਇੱਕ ਸਿੰਪਲ ਜਿਹੀ ਵਰਡ ਨੇ, ਆਈ ਹੋਪ ਜਾਣਦੇ ਹੋ ਤੁਸੀਂ। ਤਾਂ ਵੋਲੀਅਮ ਰੈਂਡਰਿੰਗ ਮੈਥਡ ਹੋਰ ਕੁਛ ਨਹੀਂ, ਕਿਸੇ 3D ਡਾਟਾ ਨੂੰ ਅਸੀਂ 2D ਫਾਰਮ ਦੇ ਵਿੱਚ ਜਦੋਂ ਰਿਪਰੈਜ਼ੈਂਟ ਕਰਕੇ ਦਿਖਾਉਂਦੇ ਹਾਂ, ਉਹਨੂੰ ਅਸੀਂ ਵਿਜ਼ੂਅਲਾਈਜੇਸ਼ਨ ਟੈਕਨੀਕ ਹੈ, ਇਹ ਵੀ ਇੱਕ ਤਰ੍ਹਾਂ ਦੀ। ਅਤੇ ਇਸ ਦੇ ਵਿੱਚ ਕੀ ਕੀਤਾ ਜਾਂਦਾ ਤੁਹਾਡੀ ਵੋਲੀਅਮ ਰੈਂਡਰਿੰਗ ਮੈਥਡ ਦੇ ਵਿੱਚ, ਜਿਸ ਤਰੀਕੇ ਨਾਲ ਤੁਹਾਡੇ ਸਿਟੀ ਸਕੈਨ, MRI ਕੰਮ ਕਰਦੀਆਂ ਉਹ ਚੀਜ਼ ਕਿ ਇਹਦੇ ਵਿੱਚ ਤੁਸੀਂ
ਕਿਸੇ ਦੀ 3D ਬੋਡੀ ਨੂੰ, ਕਿਉਂਕਿ ਬੋਡੀ ਦਾ 3D ਹੈ ਜੋ ਮਸ਼ੀਨਸ ਦੇ ਅੰਦਰ ਜਾ ਰਹੀ ਹੈ, ਉਹਨੂੰ ਚੈੱਕ ਕਰਕੇ ਉਹਦੀਆਂ 2D ਇਮੇਜਿਸ ਬਣਾ ਕੇ ਤੁਹਾਨੂੰ ਸ਼ੋਅ ਕਰਵਾਈਆਂ ਜਾਂਦੀਆਂ ਹੈਗੀਆਂ। ਇਸ ਤੋਂ ਇਲਾਵਾ ਵਿਜ਼ੂਅਲਾਈਜੇਸ਼ਨ ਦੇ ਵਿੱਚ ਅਸੀਂ ਇੱਕ ਤਾਂ ਹੋ ਹੀ ਗਿਆ ਕਿਸੇ ਫੋਟੋਜ਼ ਬਣਾ ਕੇ ਦਿਖਾ ਦਿੰਦੇ ਹਾਂ। ਇਸ ਤੋਂ ਇਲਾਵਾ ਤੁਸੀਂ ਬੈਨ ਡਾਇਗਰਾਮ ਹੋ ਗਿਆ, ਹਾਈਪਰਬੋਲਿਕ ਟਰੀਜ਼ ਹੋ ਗਿਆ, ਕਲਸਟਰ ਡਾਇਗਰਾਮ, ਗ੍ਰਾਫ, ਟਰੀ ਡਾਇਗਰਾਮ, ਇਹ ਕਿਸੇ ਵੀ ਫਾਰਮ ਦੇ ਨਾਲ ਡਾਟਾ ਨੂੰ ਰਿਪਰੈਜ਼ੈਂਟ ਕਰਕੇ ਦਿਖਾ ਸਕਦੇ ਹੋ। ਇੱਕ ਇਹ ਐਗਜ਼ਾਮਪਲ ਵੀ ਤੁਸੀਂ ਕਰ ਸਕਦੇ ਹੋ, ਜਿੱਥੇ ਇੱਥੇ ਵੋਲਿਊਮ ਰੈਂਡਰਿੰਗ ਦੇ ਵਿੱਚ ਇਹਨਾਂ ਨੇ ਦਿਖਾਇਆ ਹੋਇਆ ਹੈਗਾ ਕਿ ਤੁਸੀਂ 4 ਆਰਮ ਦੀ ਇੱਕ ਸਕੈਨ ਕੀਤੀ ਹੈ, ਤਾਂ ਉਸ ਦੀ ਪਿਕਚਰ ਤੁਸੀਂ ਕਿਵੇਂ ਦਿਖਾਓਗੇ। ਉਸ ਦੇ ਵਿੱਚ ਹੋਰ ਕੁਛ ਨਹੀਂ, ਕਿਉਂਕਿ ਤੁਸੀਂ 3D ਪਿਕਚਰ ਨੂੰ 2D ਦੇ ਵਿੱਚ ਕਿਵੇਂ ਦਿਖਾਓਗੇ। ਤਾਂ ਉਹਦੇ ਲਈ ਕੀ ਕੀਤਾ, ਤੁਹਾਡੀ ਹੀ 4 ਆਰਮ ਦੇ ਅਲੱਗ-ਅਲੱਗ ਕਲਰ ਸ਼ੋ ਕੀਤੇ, ਜਿਵੇਂ ਮਸਲਸ ਦੇ ਲਈ ਅਲੱਗ-ਅਲੱਗ, ਫੈਟ ਲਈ ਅਲੱਗ, ਬੋਨ ਲਈ ਅਲੱਗ, ਬਲੱਡ ਲਈ ਅਲੱਗ, ਇੱਦਾਂ ਅਲੱਗ-ਅਲੱਗ ਕਲਰਸ ਦੇ ਨਾਲ ਅਸੀਂ ਉਹ ਜਿਹੜੀ ਡਾਟਾ ਉਹਨੂੰ ਰਿਪਰੈਜ਼ੈਂਟ ਕਰਕੇ ਦਿਖਾ ਸਕਦੇ ਹਾਂ ਐਜ਼ ਆ ਇਮੇਜ। ਨੈਕਸਟ ਐਪਲੀਕੇਸ਼ਨ ਹੈ ਇਮੇਜ ਪ੍ਰੋਸੈਸਿੰਗ। ਕੰਪਿਊਟਰ ਗ੍ਰਾਫਿਕ ਨੂੰ ਇਮੇਜ ਪ੍ਰੋਸੈਸਿੰਗ ਦੇ ਲਈ ਵੀ ਯੂਜ਼ ਕੀਤਾ ਜਾਂਦਾ। ਕੰਪਿਊਟਰ ਗ੍ਰਾਫਿਕਸ ਕਹਿ ਲਓ ਜਾਂ ਇਮੇਜ ਪ੍ਰੋਸੈਸਿੰਗ ਕਹਿ ਲਓ, ਇੱਕ ਹੀ ਗੱਲ ਆ, ਕਿਉਂਕਿ ਪੂਰੀ ਦੀ ਪੂਰੀ ਕੰਪਿਊਟਰ ਗ੍ਰਾਫਿਕਸ ਹੀ ਇਮੇਜ ਦੇ ਉੱਪਰ ਬੇਸਡ ਹੈ। ਤਾਂ ਇਸ ਦੇ ਵਿੱਚ ਕੀ ਹੈ ਕਿ ਅਸੀਂ ਇਮੇਜਿਸ ਨੂੰ ਮੈਨੀਪੂਲੇਟ ਕਰ ਸਕਦੇ ਹਾਂ, ਇਮੇਜਿਸ ਨੂੰ ਐਨਾਲਾਈਜ਼ ਕਰ ਸਕਦੇ ਹਾਂ। ਉਹੀ ਚੀਜ਼ ਅਖਵਾਊਗੀ ਤੁਹਾਡੀ ਇਮੇਜ ਪ੍ਰੋਸੈਸਿੰਗ, ਯਾਨੀ ਕਿ ਇਮੇਜਿਸ ਦੇ ਉੱਪਰ ਕੰਮ ਕਰਨਾ, ਉਹਨੂੰ ਅਸੀਂ ਇਮੇਜ ਪ੍ਰੋਸੈਸਿੰਗ ਕਹਿੰਦੇ ਹਾਂ। ਇਸ ਦੇ ਵਿੱਚ ਉਹ ਸਾਰੇ ਸਟੈਪ ਆ ਜਾਣਗੇ ਜੋ ਵੀ ਸਾਨੂੰ ਪਿਕਚਰ ਦੀ ਕੁਆਲਿਟੀ ਇਨਹੈਂਸ ਕਰਨ ਦੇ ਲਈ ਚਾਹੀਦੇ ਆ। ਕਲੀਅਰ ਹੈ। ਜਿੱਦਾਂ ਕਿ ਇਮੇਜ ਪ੍ਰੋਸੈਸਿੰਗ ਦੇ ਵਿੱਚ ਤੁਹਾਡਾ ਆਉਂਦਾ ਗਾ ਕਿ ਅਸੀਂ ਇਹਨੂੰ ਵੈਦਰ ਫੋਰਕਾਸਟਿੰਗ ਲਈ, ਮੈਡੀਕਲ ਸਾਇੰਸ ਲਈ, ਜੋ ਹੁਣ ਤੱਕ ਅਸੀਂ ਪੜ੍ਹ ਕੇ ਆਏ ਸਭ ਦੇ ਵਿੱਚ ਹੀ ਇਮੇਜ ਪ੍ਰੋਸੈਸਿੰਗ ਹੋ ਰਹੀ ਸੀਗੀ। ਇਮੇਜ ਪ੍ਰੋਸੈਸਿੰਗ ਦੇ ਵਿੱਚ ਇੱਕ ਮੇਨ ਲਾਈਨ ਜਿਹੜੀ ਲਿਖੋਗੇ ਡਿਜੀਟਾਈਜੇਸ਼ਨ। ਓਬਵੀਅਸ ਹੈ, ਜਿਹੜੀ ਵੀ ਅਸੀਂ ਪਿਕਚਰ ਲੈਂਦੇ ਹਾਂ ਉਹਨੂੰ ਪਹਿਲਾਂ ਡਿਜੀਟਲ ਦੇ ਵਿੱਚ, ਯਾਨੀ ਕਿ 0-1 ਦੇ ਫਾਰਮ ਦੇ ਵਿੱਚ ਅਸੀਂ ਪਿਕਸਲ ਦੀ ਸੈਂਪਲਡ ਜੋ ਵੈਲਿਊ ਆ, ਮਤਲਬ ਤੁਸੀਂ ਕਿਸੇ ਪਿਕਸਲ ਦੀ ਵੈਲਿਊ ਨੂੰ ਕੈਲਕੂਲੇਟ ਕੀਤਾ, ਕੰਪਿਊਟ ਕੀਤਾ, ਤਾਂ ਉਹ 0-1 ਦੇ ਫਾਰਮ ਦੇ ਵਿੱਚ ਹੀ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂਗੇ। ਤਾਂ ਉਹ ਟੈਕਨੀਕ ਨੂੰ ਹੀ ਬੋਲਿਆ ਜਾਂਦਾ ਡਿਜੀਟਾਈਜੇਸ਼ਨ। ਤਾਂ ਇਸ ਦੇ ਵਿੱਚ ਹੋਰ ਕੁਛ ਨਹੀਂ ਕਹਾਂ ਕਿ ਇੱਕ ਇਮੇਜ ਨੂੰ ਬਾਈਨਰੀ ਇਮੇਜ ਫਾਰਮ ਦੇ ਵਿੱਚ ਜਿਹੜੀ ਹੈਗੀ ਕਿ ਕਨਵਰਟ ਕੀਤਾ ਜਾਂਦਾ। ਫਿਰ ਉਸ ਦੇ ਉੱਪਰ ਅਲੱਗ-ਅਲੱਗ ਟੈਕਨੀਕਸ, ਜਿਵੇਂ ਇਮੇਜ ਇਨਹੈਂਸਮੈਂਟ, ਇਮੇਜ ਰੀਕਨਸਟਰਕਸ਼ਨ, ਇਮੇਜ ਕੰਪਰੈਸ਼ਨ ਟੈਕਨੀਕਸ ਲਗਾ ਕੇ ਅਸੀਂ ਇਮੇਜ ਦੀ ਕੁਆਲਿਟੀ ਨੂੰ ਹੋਰ ਜ਼ਿਆਦਾ ਇਨਹੈਂਸ ਕਰ ਸਕਦੇ ਹਾਂ। ਜਿਵੇਂ ਫਸਟ ਆਉਂਦਾ ਇਮੇਜ ਇਨਹੈਂਸਮੈਂਟ। ਇਸ ਦੇ ਵਿੱਚ ਕੁਛ ਨਹੀਂ, ਤੁਸੀਂ ਜਿਵੇਂ ਇਮੇਜ ਦੇ ਬਾਰਡਰਸ ਹੋ ਗਏ, ਉਹਨੂੰ ਥੋੜ੍ਹਾ ਜਿਹਾ ਫਿਲਟਰ ਕਰਨਾ, ਠੀਕ ਹੈ, ਕੋਈ ਸ਼ਾਰਪਨਿੰਗ ਕਰਨੀ ਆ, ਨੋਇਜ਼ ਰਿਡਕਸ਼ਨ ਕਰਨੀ ਆ, ਯਾਨੀ ਕਿ ਇੱਕ ਪਿਕਚਰ ਨੂੰ ਵਧੀਆ ਬਣਾਉਣ ਦੇ ਲਈ ਜੋ ਅਸੀਂ ਉਸ ਦੇ ਉੱਪਰ ਮੈਥਡਸ ਅਪਲਾਈ ਕਰਦੇ ਹਾਂ, ਉਹ ਇਮੇਜ ਇਨਹੈਂਸਮੈਂਟ ਦਾ ਹਿੱਸਾ ਹੈਗਾ। ਇਮੇਜ ਰਿਸਟੋਰੇਸ਼ਨ, ਜਿਸ ਦੇ ਵਿੱਚ ਕਿ ਡਿਗਰੇਡੇਸ਼ਨ ਦੇ ਇਫੈਕਟਸ ਨੂੰ ਜੇਕਰ ਅਸੀਂ ਘਟਾਉਣਾ ਚਾਹੁੰਦੇ ਹਾਂ, ਕਿ ਤੁਹਾਡੀ ਕੋਈ ਫੋਟੋ ਜਿਹੜੀ ਹੈਗੀ ਉਹਨੂੰ ਫਿਲਟਰ ਕਰਨਾ ਚਾਹੁੰਦੇ ਹੈਗੇ। ਇਮੇਜ ਕੰਪਰੈਸ਼ਨ, ਓਕੇ, ਇੱਥੇ ਇੱਕ ਚੀਜ਼ ਯਾਦ ਰੱਖੋ ਬੇਟਾ, ਇਮੇਜ ਕੰਪਰੈਸ਼ਨ ਦਾ ਤੇ ਮਤਲਬ ਹੁੰਦਾ ਨੰਬਰ ਆਫ ਬਿਟਸ ਨੂੰ ਘਟਾਉਣਾ। ਨੰਬਰ ਆਫ ਬਿਟਸ ਨੂੰ ਘਟਾਉਣ ਤੋਂ ਮੇਰਾ ਮਤਲਬ ਇਹ ਹੈ ਕਿ ਜੇ ਕਿ ਇਹ ਪਿਕ ਹੈ, ਇਮੇਜ ਘਟਾਉਣਾ ਮਤਲਬ ਇਹ ਨਹੀਂ ਕਿ ਅੱਧੀ ਇਮੇਜ ਕੱਟ ਦੋ, ਨਹੀਂ। ਜੇ ਇੱਕ ਇਮੇਜ ਸਪੋਜ਼ ਕਰੋ ਪਹਿਲਾਂ 50 MB ਦੇ ਵਿੱਚ ਸਟੋਰ ਹੋ ਰਹੀ ਸੀ, ਉਹੀ ਪੂਰੀ ਦੀ ਪੂਰੀ ਇਮੇਜ ਅਸੀਂ ਥੋੜ੍ਹੀ ਜਿਹੀ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਕੇ ਜੇ ਅਸੀਂ ਇਹਨੂੰ 20 MB ਦੀ ਬਣਾ ਲਿਆ, ਤਾਂ ਓਬਵੀਅਸ ਇਮੇਜ ਕੀ ਹੋ ਗਈ, ਕੰਪਰੈਸ ਹੋ ਗਈ ਨਾ, ਸਾਈਜ਼ ਛੋਟਾ ਹੋ ਗਿਆ, ਉਸ ਚੀਜ਼ ਨੂੰ ਅਸੀਂ ਇਮੇਜ ਕੰਪਰੈਸ਼ਨ ਹੋ ਗਿਆ। ਤਾਂ ਇਹ ਸਾਰੀਆਂ ਜਿਹੜੀਆਂ ਟੈਕਨੀਕਸ ਨੇ, ਇਹ ਸਭ ਕੁਛ ਇਮੇਜ ਪ੍ਰੋਸੈਸਿੰਗ ਦਾ ਹੀ ਹੈ। ਅਤੇ ਓਵਰਆਲ ਜੋ ਗੱਲ ਹੁਣ ਤੱਕ ਅਸੀਂ ਕੀਤੀ ਸੀ, ਜਿੰਨੇ ਕਿ ਮੈਡੀਕਲ ਸਾਇੰਸ ਦੇ ਵਿੱਚ ਹੋ ਗਿਆ, ਜਾਂ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਇਮੇਜਿਸ ਦੇ ਉੱਪਰ ਕਰ ਰਹੇ ਹਾਂ ਕੰਮ, ਤਾਂ ਉਹ ਇਮੇਜਿਸ ਇੱਕ ਤਰ੍ਹਾਂ ਦੀਆਂ ਇਮੇਜ ਪ੍ਰੋਸੈਸਿੰਗ ਦਾ ਹੀ ਹਿੱਸਾ ਹੈ। ਇਸ ਤੋਂ ਇਲਾਵਾ ਇਮੇਜ ਪ੍ਰੋਸੈਸਿੰਗ ਨੂੰ ਕੰਪਿਊਟਰ ਏਡਡ ਸਰਜਰੀ ਦੇ ਵਿੱਚ, ਕਿਉਂਕਿ ਜਦੋਂ ਸਰਜਰੀ ਦੇ ਟਾਈਮ 'ਤੇ ਕੰਪਿਊਟਰ ਯੂਜ਼ ਹੁੰਦਾ, ਉੱਥੇ ਵੀ ਯੂਜ਼ ਕੀਤਾ ਜਾਂਦਾ। ਜਿਵੇਂ ਅੱਜ ਕੱਲ੍ਹ ਤਾਂ ਆਪਾਂ ਬਹੁਤ ਕੋਮਨ ਜਾਣਦੇ ਕਿ ਲੇਜ਼ਰ ਆਪਰੇਸ਼ਨ ਹੁੰਦੇ, ਤਾਂ ਉਹਦੇ ਵਿੱਚ ਵੀ ਕੀ ਹੈ, ਇੰਟਰਨਲ ਸਾਨੂੰ ਕਿਵੇਂ ਦਿਖ ਰਿਹਾ ਹੁੰਦਾ, ਜਦੋਂ ਮਤਲਬ ਡਾਕਟਰਸ ਕੰਪਿਊਟਰ ਦੀ ਹੈਲਪ ਨਾਲ ਹੀ ਉਹ ਦੇਖ ਕੇ ਇੱਦਾਂ ਸਰਜਰੀ ਕਰਦੇ ਆ, ਤਾਂ ਉਹ ਚੀਜ਼ਾਂ ਵੀ ਤੁਸੀਂ ਇਸ ਦੇ ਵਿੱਚ ਕਵਰ ਕਰ ਸਕਦੇ ਹੋ। ਇਸ ਤੋਂ ਇਲਾਵਾ ਓਕੇ, ਇਸ ਤੋਂ ਇਲਾਵਾ ਜਿਹੜੇ ਇੱਕ ਤਰ੍ਹਾਂ ਦੇ ਕਹਿ ਲਓ ਆਰਟੀਫਿਸ਼ੀਅਲ ਲਿੰਬਸ ਜਿਹੜੇ ਅਸੀਂ ਲਗਾਉਣੇ ਹੈਗੇ ਬਾਡੀ ਦੇ ਵਿੱਚ, ਜਾਂ ਪ੍ਰੈਕਟਿਸ ਕਰਨ ਦੇ ਲਈ ਸਰਜਰੀ ਦੀ, ਇਹ ਸਭ ਕੁਝ ਵੀ ਤੁਸੀਂ ਇਸ ਦੇ ਵਿੱਚ ਕਵਰ ਕਰ ਸਕਦੇ ਹੋਗੇ। ਮੈਡੀਕਲ ਅਲਟਰਾਸੋਨੋਗ੍ਰਾਫੀ, ਜੋ ਅਸੀਂ ਅਲਟਰਾਸਾਊਂਡ ਨਹੀਂ ਕਹਿੰਦੇ, ਅਲਟਰਾਸਾਊਂਡ ਕਰਵਾਈਏ, ਅਲਟਰਾਸਾਊਂਡ ਹੋਰ ਕੁਛ ਨਹੀਂ। ਜਿਵੇਂ ਦੀ ਐਗਜ਼ਾਮਪਲ ਹੈ ਕਿ ਪ੍ਰੈਗਨੈਂਟ ਲੇਡੀ ਦੇ ਵਿੱਚ ਅਸੀਂ ਫੀਟਸ ਨੂੰ ਚੈੱਕ ਕਰਨ ਦੇ ਲਈ ਡਾਕਟਰਸ ਕੀ ਕਰਦੇ ਆ, ਅਲਟਰਾਸਾਊਂਡ ਕਰਦੇ ਆ। ਅਤੇ ਅਲਟਰਾਸਾਊਂਡ ਦੀ ਜਿਹੜੀ ਵਰਕਿੰਗ ਹੈ ਉਹ ਹੋਰ ਕੁਛ ਨਹੀਂ, ਤੁਹਾਡੇ ਹੀ ਅੰਦਰ ਤੁਹਾਡੇ ਔਰਗਨਸ ਦੁਆਰਾ, ਮਸਲਸ ਦੁਆਰਾ, ਜਾਂ ਜੋ ਵੀ ਆਪਣੇ ਅੰਦਰ ਹੈ ਉਸ ਦੇ ਦੁਆਰਾ ਜਿਹੜੀ ਸਾਊਂਡ ਵੇਵ ਪੈਦਾ ਹੁੰਦੀ ਹੈ, ਕਿ ਸਾਨੂੰ ਉਹ ਚੀਜ਼ ਨਹੀਂ ਸੁਣਦੀ, ਬਟ ਜਿਹੜੀਆਂ ਸਪੈਸ਼ਲ ਮਸ਼ੀਨਸ ਨੇ ਉਹ ਉਸੇ ਹੀ ਸਾਊਂਡ ਵੇਵਸ ਨੂੰ ਸੁਣ ਕੇ, ਠੀਕ ਹੈ, ਉਹਦੀ ਰੇਂਜ ਦੇ ਅਕੋਰਡਿੰਗ ਹੀ ਤੁਹਾਨੂੰ ਇੱਕ ਡਿਜੀਟਲ ਇਮੇਜ ਬਣਾ ਕੇ ਦੇ ਦਿੰਦੀਆਂ। ਤਾਂ ਅਲਟਰਾਸਾਊਂਡ ਦੀ ਵਰਕਿੰਗ ਇਹੀ ਹੈ
ਕਿ ਇੱਕ ਹਾਈ ਫ੍ਰੀਕੁਐਂਸੀ ਬ੍ਰੌਡਬੈਂਡ ਜਿਹੜੀਆਂ ਸਾਊਂਡ ਵੇਵਸ ਨੇ ਜੋ ਕਿ ਅੰਦਰੋਂ ਆਵਾਜ਼ਾਂ ਆਪਣੇ ਅੰਦਰ ਜਿਹੜੀਆਂ ਹੁੰਦੀਆਂ ਉਹਨਾਂ ਆਵਾਜ਼ਾਂ ਦੀ ਹੀ ਕੰਪਨ ਤੋਂ ਪੈਦਾ ਹੋਈਆਂ ਇਮੇਜਿਸ ਨੂੰ ਅਸੀਂ ਅਲਟਰਾਸਾਊਂਡ ਦੀ ਫਾਰਮ ਦੇ ਵਿੱਚ ਦਿਖਾਉਣੇ ਆ। ਜਾਂ ਇਸ ਦੇ ਵਿੱਚ ਐਗਜ਼ਾਮਪਲ ਨਿਊਕਲੀਅਰ ਮੈਡੀਸਿਨ ਦੀ ਵੀ ਲੈ ਸਕਦੇ ਹੋ ਬੇਟਾ ਤੁਸੀਂ। ਨਿਊਕਲੀਅਰ ਮੈਡੀਸਿਨ ਕੀ ਹੈ, ਜਿਵੇਂ ਅਸੀਂ MRI ਕਰਵਾਉਣੀ ਹੈ ਨਾ, ਤਾਂ ਉਸ ਦੇ ਵਿੱਚੋਂ ਕੀ ਹੁੰਦਾ ਗਾ, ਇੱਕ ਸਪੈਸ਼ਲ ਜਿਹੜੇ ਹੈਗੇ ਇੰਜੈਕਸ਼ਨ ਲਗਾਇਆ ਜਾਂਦਾ ਜਾਂ ਤੁਹਾਨੂੰ ਮੂੰਹ ਰਾਹੀਂ ਜਾਂ ਇੰਜੈਕਸ਼ਨ ਰਾਹੀਂ ਜਿਹੜੀ ਉਹ ਮੈਡੀਸਿਨ ਦਿੱਤੀ ਜਾਂਦੀ ਹੈ, ਠੀਕ ਹੈ। ਤਾਂ ਉਹ ਜਿਹੜਾ ਇੱਕ ਤਰ੍ਹਾਂ ਦਾ ਰੇਡੀਓ ਐਕਟਿਵ ਮਟੀਰੀਅਲ ਹੀ ਹੁੰਦਾ ਗਾ। ਫਿਰ ਉਹ ਰੇਡੀਓ ਐਕਟਿਵ ਜੋ ਮਟੀਰੀਅਲ ਸਾਡੇ ਅੰਦਰ ਇੰਜੈਕਟ ਕੀਤਾ, ਉਹੀ ਬਾਅਦ ਦੇ ਵਿੱਚ ਰੇਡੀਏਸ਼ਨਸ ਐਮਿਟ ਕਰਨੀਆਂ ਸ਼ੁਰੂ ਕਰ ਦਿੰਦਾ ਸਾਡੀ ਬਾਡੀ 'ਚ, ਮਤਲਬ ਰੇਡੀਏਸ਼ਨਸ ਪੈਦਾ ਕਰਨੀਆਂ ਸ਼ੁਰੂ ਕਰ ਦਿੰਦਾ। ਕਲੀਅਰ। ਦੁਬਾਰਾ ਐਗਜ਼ਾਮਪਲ ਰਿਪੀਟ ਕਰਦੇ ਆਪਾਂ ਨੈਕਸਟ ਪੇਜ ਤੋਂ। ਜਿੱਦਾਂ ਕਿ ਇੱਥੇ ਦਿਖਾਇਆ ਕਿ ਤੁਹਾਡੇ ਇੱਕ ਇੰਜੈਕਟ ਕੀਤੀ ਇੱਕ ਰੇਡੀਓ ਐਕਟਿਵ ਜਿਹੜੀ ਕੋਈ ਮਟੀਰੀਅਲ ਹੈ, ਉਹ ਇੰਜੈਕਟ ਕੀਤਾ ਤੁਹਾਡੀ ਬਾਡੀ ਦੇ ਅੰਦਰ, ਸਾਰੀ ਬਾਡੀ ਦੇ ਅੰਦਰ ਉਹ ਮਟੀਰੀਅਲ ਚਲਾ ਗਿਆ। ਤਾਂ ਮਟੀਰੀਅਲ ਜਾਣ ਤੋਂ ਬਾਅਦ ਨਾ ਕੁਛ ਰੇਡੀਓ ਵੇਵਸ ਐਮਿਟ ਕਰੂਗਾ, ਠੀਕ ਹੈ। ਜੋ ਉਹਨੇ ਰੇਡੀਓ ਐਕਟਿਵ ਰੇਜ਼ ਇਮਿਟ ਕੀਤੀਆਂ ਉਹਨਾਂ ਨੂੰ ਅੱਗੇ ਕੈਪਚਰ ਕਰਨ ਦੇ ਲਈ ਸਪੈਸ਼ਲ ਕੈਮਰਾਜ਼ ਹੁੰਦੇ ਨੇ, ਕਿਉਂਕਿ ਜੋ ਗਾਮਾ ਰੇਜ਼ ਇਮਿਟ ਕਰ ਰਿਹਾ ਜਿਵੇਂ ਆਪਾਂ ਕਹਿੰਦੇ ਹੈਗੇ, ਤਾਂ ਉਹਨਾਂ ਨੂੰ ਸਪੈਸ਼ਲ ਚੈੱਕ ਕਰਨ ਦੇ ਲਈ ਕੈਮਰਾਜ਼ ਹੁੰਦੇ ਨੇ ਜਿਹੜੇ ਕਿ ਗਾਮਾ ਕੈਮਰਾ, ਉਹ ਫਿਰ ਸਕੈਨ ਕਰਦਾ ਜਿਵੇਂ ਜਿਵੇਂ ਰੇਡੀਏਸ਼ਨਸ ਆ ਰਹੀਆਂ ਨੇ ਉਹਨਾਂ ਨੂੰ ਸਕੈਨ ਕਰਕੇ ਤੁਹਾਡੇ ਅੱਗੇ ਇਮੇਜ ਬਣਾ ਕੇ ਦਿਖਾਊਗਾ। ਤਾਂ ਇਹ ਵੀ ਇੱਕ ਮੈਡੀਕਲ ਟਰਮ ਦਾ ਹੀ, ਮੈਡੀਕਲ ਲਾਈਨ ਦਾ ਹੀ ਇੱਕ ਮੈਥਡ ਹੈ ਜਿਸ ਦੇ ਵਿੱਚ ਅਸੀਂ ਕੰਪਿਊਟਰ ਗ੍ਰਾਫਿਕਸ ਨੂੰ ਯੂਜ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਲਾਸਟ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਕੰਪਿਊਟਰ ਯੂਜ਼ਰ ਇੰਟਰਫੇਸ। ਓਬਵੀਅਸ ਹੈ ਕਿ ਅਸੀਂ ਕਿਸੇ ਵੀ ਡਿਵਾਈਸ ਨਾਲ ਅੱਜ ਕੱਲ੍ਹ ਇੰਟਰੈਕਟ ਕਰਨ ਦੇ ਲਈ ਕਮਾਂਡ ਬੇਸਡ ਨਾ ਹੋ ਕੇ GUI ਯਾਨੀ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਨੂੰ ਯੂਜ਼ ਕਰਦੇ ਹਾਂ। ਕਮਾਂਡ ਬੇਸ ਤਾਂ ਹੁੰਦਾ ਸੀ ਬੇਟਾ, ਜਿਵੇਂ ਡੌਸ ਦੇ ਵਿੱਚ ਤੁਸੀਂ ਕੰਪਿਊਟਰ ਦਾ ਕੁਛ ਵੀ ਕੰਮ ਕਰਾਉਣਾ ਸੀ, ਤੁਸੀਂ ਕਾਪੀ ਕਰਨਾ ਸੀ, ਪੇਸਟ ਕਰਨਾ ਸੀ, ਤੁਹਾਨੂੰ ਹਰ ਚੀਜ਼ ਲਿਖ ਕੇ, ਮਤਲਬ ਤੁਹਾਨੂੰ ਕਮਾਂਡਸ ਲਿਖਾਉਣੀਆਂ ਪੈਂਦੀਆਂ ਸੀ, ਲਿਖ ਲਿਖ ਕੇ ਉਹ ਕੰਮ ਹੁੰਦਾ ਸੀ। ਬਟ ਅੱਜ ਕੱਲ੍ਹ ਜਿਵੇਂ ਵਿੰਡੋ ਦੇ ਵਿੱਚ ਆ ਜਾਂ ਆਪਾਂ ਮੋਬਾਈਲ ਫੋਨ ਦੇ ਵਿੱਚ ਯੂਜ਼ ਕਰਦੇ, ਅਸੀਂ ਲਿਖ ਕੇ ਨਹੀਂ ਨਾ ਕੁਛ ਵੀ ਕਰਦੇ, ਅਸੀਂ ਆਈਕਨਸ ਦੇ ਉੱਪਰ, ਠੀਕ ਹੈ, ਜਾਂ ਜੋ ਵੀ ਤੁਹਾਡੇ ਗ੍ਰਾਫਿਕਲ ਕੁਛ ਹੋਰ ਬਣੇ ਹੋਏ ਨੇ ਉਹਨਾਂ ਦੇ ਉੱਪਰ ਕਲਿੱਕ ਕਰਕੇ ਹੀ ਅਸੀਂ ਉਹਨਾਂ ਚੀਜ਼ਾਂ ਨੂੰ ਆਪਰੇਟ ਕਰ ਰਹੇ ਹਾਂ, ਚਲਾ ਰਹੇ ਹਾਂ। ਯਾਨੀ ਕਿ ਯੂਜ਼ਰ ਇੱਕ ਤਰ੍ਹਾਂ ਦਾ ਯੂਜ਼ਰ ਇੰਟਰੈਕਟ ਕਰ ਰਿਹਾ ਕਿਸੇ ਡਿਵਾਈਸ ਨਾਲ ਵਿਦ ਦਾ ਹੈਲਪ ਆਫ ਆਈਕਨਸ, ਗ੍ਰਾਫਿਕਸ, ਮੈਨਿਊਜ਼। ਤਾਂ ਉਹਨਾਂ ਚੀਜ਼ਾਂ ਨੂੰ ਅਸੀਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਬੋਲਦੇ ਹਾਂ। ਇਸ ਦੇ ਵਿੱਚ ਬਹੁਤ ਸਾਰੇ ਨੇ ਜਿਵੇਂ ਵਿੰਡੋ, ਬਟਨ, ਮੈਨਿਊ, ਸਕਰੋਲ ਬਾਰ, ਤੁਸੀਂ ਕੋਈ ਵੀ ਐਗਜ਼ਾਮਪਲ ਦੇ ਸਕਦੇ ਹੋਗੇ। ਤਾਂ ਇਹਦੇ ਨਾਲ ਫਾਇਦਾ ਕੀ ਹੋਇਆ ਕਿ ਤੁਹਾਨੂੰ ਇਹ ਕਮਾਂਡਸ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਕਿ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਬੰਦੇ ਨੇ ਫੋਨ ਚਲਾਉਣ ਤਾਂ ਐਕਸਪਰਟ ਹੋਵੇ। ਕਲੀਅਰ ਹੈ। ਤੁਸੀਂ ਸਪੈਸ਼ਲ ਕੁਝ ਸਿੱਖਣਾ ਨਹੀਂ ਪੈਂਦਾ ਕਿ ਜਸਟ ਕੀ ਹੈਗਾ, ਆਪਾਂ ਉਹ ਆਪਣੇ ਆਪ ਗਾਈਡ ਕਰਦਾ ਰਹਿੰਦਾ। ਜੋ ਚੀਜ਼ ਸਾਡੇ ਸਾਹਮਣੇ ਆ ਰਹੀ ਹੈ, ਪਿਕਚਰਸ ਵਗੈਰਾ, ਅਸੀਂ ਉਹਨਾਂ ਦੇ ਉੱਪਰ ਕਲਿੱਕ ਕਰਕੇ ਈਜ਼ੀਲੀ ਹੀ ਉਸ ਚੀਜ਼ ਨੂੰ ਆਪਰੇਟ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਸੋਫਟਵੇਅਰ ਪੈਕੇਜਸ ਦੇ ਵਿੱਚ ਵੀ ਤਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੀ ਹੁੰਦਾ ਸੀ। ਵਰਡ ਸਪੋਜ਼ ਕਰੋ ਚਲਾ ਰਹੇ ਹਾਂ, ਤਾਂ ਵਰਡ ਵਿੱਚ ਕਾਪੀ ਪੇਸਟ ਕਰਨ ਲਈ, ਫੌਂਟ ਦਾ ਸਾਈਜ਼ ਛੋਟਾ ਵੱਡਾ ਕਰਨ ਲਈ ਕੀ ਅਸੀਂ ਲਿਖ ਕੇ ਕਮਾਂਡ ਦਿੰਦੇ ਹਾਂ ਕੰਪਿਊਟਰ ਨੂੰ? ਤਾਂ ਓਬਵੀਅਸ ਨਹੀਂ, ਅਸੀਂ ਜਸਟ ਉੱਪਰ ਜੋ ਮੈਨਿਊ ਬਾਰ ਹੈ, ਤੁਹਾਡੇ ਟੂਲ ਬਾਰ ਹੈ, ਉਹਨਾਂ ਦੇ ਉੱਪਰ ਕਲਿੱਕ ਕਰਕੇ ਹੀ ਅਸੀਂ ਜਿਹੜੇ ਨੇ ਕੰਮ ਉਹ ਕਰਦੇ ਰਹਿੰਦੇ ਹਾਂ। ਉਹ ਵਰਡ ਹੋਵੇ, ਐਕਸਲ ਹੋਵੇ, ਕਿਸੇ ਵੀ ਸੋਫਟਵੇਅਰ ਦੇ ਵਿੱਚ ਅਸੀਂ ਇੱਦਾਂ ਹੀ ਕੰਮ ਕਰਦੇ ਹਾਂ। ਵਿੰਡੋ ਦੇ ਵਿੱਚ ਵੀ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਵਿੰਡੋ ਸਾਡਾ ਆਪਰੇਟਿੰਗ ਸਿਸਟਮ, ਉਸ ਦੇ ਵਿੱਚ ਵੀ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੀ ਸਪੋਰਟ ਕੀਤਾ ਜਾਂਦਾ। ਤਾਂ ਇਸ ਦੇ ਵਿੱਚ ਤੁਸੀਂ ਕੋਈ ਵੀ ਐਗਜ਼ਾਮਪਲ ਦੇ ਸਕਦੇ ਹੋ। ਅਸੀਂ ਕੋਈ ਗੇਮ ਪਲੇ ਕਰ ਰਹੇ ਹਾਂ ਉਸ ਦੇ ਵਿੱਚ ਕਹਿ ਲਓ। ਕਲੀਅਰ ਹੈ। ਜਾਂ ਤੁਸੀਂ ATM ਦੀ ਐਗਜ਼ਾਮਪਲ ਦੇ ਸਕਦੇ ਹੋ ਕਿ ਅਸੀਂ ATM ਇੱਦਾਂ ਚਲਾਉਣੇ ਹੈਗੇ, ਕਿਉਂਕਿ ATM ਦੇ ਵਿੱਚ ਵੀ ਸਭ ਕੁਛ ਕੀ ਹੈ, ਗ੍ਰਾਫਿਕਲ ਯੂਜ਼ਰ ਇੰਟਰਫੇਸ ਹੀ ਹੁੰਦਾ। ਤਾਂ ਇਹ ਸੀ ਸਾਡਾ ਫਸਟ ਚੈਪਟਰ, ਵਟ ਇਜ਼ ਕੰਪਿਊਟਰ ਗ੍ਰਾਫਿਕਸ ਐਂਡ ਇਟਸ ਐਪਲੀਕੇਸ਼ਨਸ। ਤੁਸੀਂ ਐਪਲੀਕੇਸ਼ਨਸ ਬੇਟਾ ਫਸਟ ਟਾਈਮ ਰੀਡ ਇੱਥੋਂ ਕਰੋ, ਅਦਰਵਾਈਜ਼ ਬੈਕ ਐਕਸਰਸਾਈਜ਼ ਦੇ ਵਿੱਚ ਵੀ ਬਹੁਤ ਸ਼ਾਰਟ ਕੁਐਸਚਨ ਦੇ ਵਿੱਚ ਇਹ ਚੀਜ਼ ਕਵਰ ਕੀਤੀ ਹੋਈ ਹੈ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।